ਲੜੀਵਾਰ ਕਥਾ ਰਾਗ ਬਿਲਾਵਲ ਵਿੱਚ 831 ਅੰਗ ਤੇ ਆਪ ਜੀ ਸਰਵਣ ਕਰ ਰਹੇ ਹੋ। 9ਵੇਂ ਪਾਤਸ਼ਾਹ ਦੇ ਪਾਵਨ ਬਚਨ ਚੱਲ ਰਹੇ ਨੇ। 2 ਸ਼ਬਦ 9ਵੇਂ ਗੁਰਦੇਵ ਜੀ ਦੇ ਉਚਾਰਨ ਕੀਤੇ ਹੋਏ ਆਪ ਜੀ ਨੇ ਪਿੱਛੇ ਸਰਵਣ ਕਰ ਲਏ ਹਨ। ਤੀਸਰਾ ਸ਼ਬਦ 9ਵੇਂ ਪਾਤਸ਼ਾਹ ਦਾ, ਕਿਉਂਕਿ ਰਾਗ ਬਿਲਾਵਲ 'ਚ 3 ਸ਼ਬਦ ਨੇ 9ਵੇਂ ਗੁਰਦੇਵ ਜੀ ਦੇ, ਤੋਂ ਤੀਸਰਾ ਸ਼ਬਦ ਮਹਾਰਾਜ ਜੀ ਉਚਾਰਨ ਕਰ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ, 9ਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਨਵਾ। ਜਾ ਮੈਂ ਭਜਨ ਰਾਮ ਕੋ ਨਾਹੀ। ਰਾਗ ਬਿਲਾਵਲ ਹੈ। 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹ ਪਵਿੱਤਰ ਪਾਵਨ ਸ਼ਬਦ ਉਚਾਰਨ ਕਰਦੇ ਨੇ। ਬਿਲਾਵਲ ਮਹੱਲਾ ਨਾਵਾ। 9ਵੇਂ ਪਾਤਸ਼ਾਹ ਜਾ ਮੈਂ ਭਜਨ ਰਾਮ ਕੋ ਨਾਹੀ। ਜਾ ਮੈਂ ਜਿਸ ਵਿੱਚ ਰਾਮ ਦਾ ਭਜਨ ਨਹੀਂ ਹੈ, ਜਿਸ ਵਿੱਚ ਰਾਮ ਦਾ ਭਜਨ ਨਹੀਂ, ਪਰਮੇਸ਼ਰ ਦੀ ਯਾਦ ਨਹੀਂ, ਅਕਾਲ ਪੁਰਖ ਦਾ ਭਜਨ ਨਹੀਂ। ਕਹਿੰਦੇ ਬੜੀ ਸੁੰਦਰ ਕੀਮਤੀ ਮੋਤੀਆਂ ਦੀ ਮਾਲਾ ਹਨੂਮਾਨ ਜੀ ਨੂੰ ਦਿੱਤੀ ਸੀਤਾ ਜੀ ਨੇ। ਹਨੂਮਾਨ ਜੀ ਉਸ ਮੋਤੀ ਨੂੰ ਦੰਦ ਨਾਲ ਤੋੜਦੇ ਤੇ ਸੁੱਟ ਦਿੰਦੇ, ਫਿਰ ਦੂਜਾ ਤੋੜਦੇ ਸੁੱਟ ਦਿੰਦੇ, ਤੀਜਾ ਤੋੜਦੇ ਸੁੱਟ ਦਿੰਦੇ। ਸਾਰੇ ਮੋਤੀਆਂ ਦੀ ਮਾਲਾ ਨੂੰ ਤੋੜ ਕੇ ਸੁੱਟ ਦਿੱਤਾ ਤੇ ਕਹਿਣ ਲੱਗੀ ਸੀਤਾ, ਸੋਚਿਆ ਵੀ ਸ਼ਾਇਦ ਇਹ ਵਾਨਰ ਹੈ, ਇਹਨੂੰ ਮੋਤੀਆਂ ਦੀ ਮਾਲਾ ਦਾ ਪਤਾ ਨਹੀਂ, ਇਹਦੀ ਕਦਰ ਨਹੀਂ। ਕਹਿਣ ਲੱਗੇ ਇਹ ਮੋਤੀ ਮੈਂ ਤਾਂ ਤੋੜੇ ਨੇ, ਹਰ ਮੋਤੀ ਨੂੰ ਤੋੜ ਕੇ ਵੇਖਿਆ ਵੀ ਵਿੱਚ ਰਾਮ ਹੈ। ਜਿਤਨੇ ਮੋਤੀ ਤੋੜੇ ਉਹਨਾਂ ਮੋਤੀਆਂ ਨੂੰ ਤੋੜਦਿਆਂ ਤੋੜਦਿਆਂ ਵੇਖਦਾ ਚਲਿਆ ਗਿਆ, ਇਹ ਸਾਰੇ ਮੋਤੀ ਮੇਰੇ ਵਾਸਤੇ ਨਿਸ਼ਫਲ ਨੇ ਜਿਨ੍ਹਾਂ 'ਚ ਪਰਮੇਸ਼ਰ ਦਾ ਨਾਮ ਨਹੀਂ ਹੈ। ਉਦਾਹਰਣ ਹੈ, ਜਿਸ ਵਿੱਚ ਰਾਮ ਦਾ ਭਜਨ ਨਹੀਂ ਹੈ, ਜਿਸ ਮਨੁੱਖ ਵਿੱਚ, ਜਿਸ ਜੀਵ ਵਿੱਚ, ਜਿਸ ਬੰਦੇ ਵਿੱਚ ਪਰਮੇਸ਼ਰ ਦਾ ਭਜਨ, ਇੱਥੇ ਰਾਮ ਦਾ ਅਰਥ ਕਰਾਂਗੇ ਜੋ ਰਮਿਆ ਹੋਇਆ ਸਰਬ ਥਾਈਂ, ਜੋ ਜ਼ਰਰੇ ਜ਼ਰਰੇ ਵਿੱਚ ਵਸਦਾ ਹੈ, ਕਣ ਕਣ ਵਿੱਚ ਵਸਦਾ, ਉਹਨੂੰ ਕਿਹਾ ਰਾਮ। ਜੋ ਸਰਬ ਥਾਵਾਂ ਦੇ ਉੱਤੇ ਰਹਿਣ ਵਾਲਾ ਪਰਮੇਸ਼ਰ ਅਕਾਲ ਪੁਰਖ, ਉਹਦਾ ਭਜਨ ਜਿਸ ਵਿੱਚ ਨਹੀਂ ਹੈ, ਤੇ ਨਰ ਜਨਮ ਅਕਾਰਥ ਖੋਇਆ, ਯਹ ਰਾਖੋ ਮਨ ਮਾਹੀ। 9ਵੇਂ ਪਾਤਸ਼ਾਹ ਕਹਿੰਦੇ ਗੱਲ ਆਪਣੇ ਮਨ 'ਚ ਪੱਕੇ ਤੌਰ ਤੇ ਜਾਣ ਲਓ। ਜਿਸ ਬੰਦੇ ਅੰਦਰ ਪਰਮੇਸ਼ਰ ਦਾ ਭਜਨ ਨਹੀਂ, ਉਸ ਬੰਦੇ ਦਾ ਜਨਮ ਅਕਾਰਥ ਹੈ, ਨਿਸ਼ਫਲ ਹੈ। ਉਹਨੇ ਆਪਣਾ ਜਨਮ ਅਕਾਰਥ ਖੋ ਦਿੱਤਾ, ਗਵਾ ਦਿੱਤਾ। ਏਦਾਂ ਕਹਿ ਸਕਦੇ ਹਾਂ ਵੀ ਕਿਸੇ ਬਾਂਦਰ ਦੇ ਹੱਥ ਰਤਨ ਲੱਗ ਗਿਆ ਸੀ, ਉਹਨੂੰ ਉਹਦੀ ਸਾਰ ਨਹੀਂ, ਉਹਨੇ ਵਗਾ ਕੇ ਸੁੱਟ ਦਿੱਤਾ। ਜਾਂ ਇਉਂ ਕਹਿ ਲਈਏ ਚਮਕਦਾ ਹੀਰਾ ਕਿਸੇ ਘੁਮਿਆਰ ਨੂੰ ਮਿਲਿਆ, ਉਹਨੇ ਗਧੇ ਦੇ ਗਲ ਵਿੱਚ ਪਾ ਦਿੱਤਾ। ਹੁਣ ਉਸ ਨੂੰ ਉਹਦੀ ਸਾਰ ਦਾ ਨਹੀਂ ਪਤਾ। ਜਿਸ ਵਿੱਚ ਪਰਮੇਸ਼ਰ ਦਾ ਭਜਨ ਨਹੀਂ, ਅਕਾਲ ਪੁਰਖ ਦਾ ਚਿੰਤਨ ਨਹੀਂ, ਜਿਸ ਬੰਦੇ ਵਿੱਚ, ਮਹਾਰਾਜ 9ਵੇਂ ਪਾਤਸ਼ਾਹ ਕਹਿੰਦੇ ਉਹਨੇ ਆਪਣਾ ਸਾਰਾ ਜਨਮ ਅਕਾਰਥ ਗਵਾ ਲਿਆ। ਔਰ ਇਹ ਗੱਲ ਤੁਸੀਂ ਪੱਕੇ ਤੌਰ ਤੇ ਆਪਣੇ ਹਿਰਦੇ 'ਚ ਸਮਝ ਲਓ। ਯਹ ਰੱਖੋ ਮਨ ਮਾਹੀ, ਇਹ ਗੱਲ ਆਪਣੇ ਮਨ 'ਚ ਵਸਾ ਲਓ ਕਿ ਜਿਹਦੇ 'ਚ ਪਰਮੇਸ਼ਰ ਦਾ ਭਜਨ ਨਹੀਂ, ਉਹਦਾ ਜਨਮ ਅਕਾਰਥ ਹੈ। ਜਨਮ ਅਕਾਰਥ ਕੀਨ, ਉਹਨੇ ਆਪਣਾ ਜਨਮ ਹੀ ਅਕਾਰਥ ਗਵਾ ਲਿਆ, ਜਿਸ ਵਿੱਚ ਪਰਮੇਸ਼ਰ ਦਾ ਭਜਨ ਨਹੀਂ। ਰਹਾਉ ਤੀਰਥ ਕਰੈ ਬ੍ਰਤ ਪੁਨ ਰਾਖੈ,
ਨਹਿ ਮਲੂਆ ਬਸ ਜਾ ਕੋ। ਮਹਾਰਾਜ ਜੀ ਕਹਿੰਦੇ ਤੀਰਥਾਂ ਤੇ ਯਾਤਰਾ ਕਰੇ, ਤੀਰਥ ਕਰੇ। ਤੀਰਥਾਂ ਦਾ ਖੰਡਨ ਨਹੀਂ ਮਹਾਰਾਜ ਜੀ ਕਰਦੇ, ਤੀਰਥਾਂ ਤੇ ਜਾ ਕੇ ਪਖੰਡ ਕਰਨ ਵਾਲਿਆਂ ਦਾ ਖੰਡਨ ਕਰਦੇ ਆ, ਜਿਹੜੇ ਵਿਖਾਵਾ ਕਰਦੇ। ਮਹਾਰਾਜ ਜੀ ਕਹਿੰਦੇ ਤੀਰਥ ਕਰੇ, ਤੀਰਥਾਂ ਦੀ ਯਾਤਰਾ ਕਰੇ, ਬ੍ਰਤ ਪੁੰਨ ਰੱਖੈ, ਵਰਤ ਰੱਖੇ ਅਨੇਕ ਪ੍ਰਕਾਰ ਦੇ, ਪਰ ਆਪਣਾ ਮਨ ਵਸ ਵਿੱਚ ਨਾ ਕਰੇ। ਕਹਿੰਦੇ ਦੱਸੋ ਭਲਾ ਫਿਰ ਉਹਦਾ ਤੀਰਥਾਂ ਤੇ ਗਿਆ ਜਾਂ ਕੀਤੇ ਹੋਏ ਵਰਤ ਜਾਂ ਕੀਤੇ ਹੋਏ ਕਰਮ ਸਫਲ ਹੋਣਗੇ? ਜੇ ਮਨ ਵਸ ਵਿੱਚ ਨਹੀਂ ਹੈ, ਮਨ ਇਕਾਗਰ ਨਹੀਂ ਹੈ, ਮਨ ਤਾਂ ਕਿਤੇ ਹੋਰ ਭੱਜਿਆ ਫਿਰਦਾ। ਮਹਾਰਾਜ ਜੀ ਕਹਿੰਦੇ ਦੌਲਤ ਖਾਨ ਹੈ, ਤੇਰੀ ਨਮਾਜ਼ ਕਿਵੇਂ ਪ੍ਰਵਾਨ ਹੋਵੇਗੀ? ਮਨ ਤਾਂ ਤੇਰਾ ਘੋੜੇ ਖਰੀਦਦਾ ਫਿਰਦਾ ਹੈ। ਕਾਜੀ ਸਾਹਿਬ, ਮੌਲਵੀ ਜੀ, ਮਨ ਤਾਂ ਤੁਹਾਡਾ ਘਰ ਦੌੜਿਆ ਫਿਰਦਾ ਹੈ ਵੀ ਕਿਤੇ ਵਿਛੇਰਾ ਟੋਏ 'ਚ ਨਾ ਡਿੱਗ ਜਾਏ, ਤੇ ਤੁਹਾਡੀ ਇਹ ਨਮਾਜ਼ ਕਿਵੇਂ ਪ੍ਰਵਾਨ ਹੋਵੇਗੀ ਖੁਦਾ ਦੇ ਦਰ ਤੇ? ਗੱਲ ਤਾਂ ਮਨ ਇਕਾਗਰ ਕਰਨ ਦੀ ਸੀ। ਪਾਤਸ਼ਾਹ ਕਹਿੰਦੇ ਤੀਰਥਾਂ ਤੇ ਜਾਵੇ, ਵਰਤ ਰੱਖੇ, ਪਰ ਮਨ ਨੂੰ ਵਸ ਨਾ ਕਰੇ। ਤੀਰਥਾਂ ਦਾ ਭਰਮਣ ਕਰ ਲਵੇ। ਹਾਂਜੀ। ਨਿਹਫਲ ਧਰਮ ਤਾਹੇ ਤੁਮ ਮਾਨੋ, ਸਾਚ ਕਹਿਤ ਮੈਂ ਜਾ ਕਉ। ਪਾਤਸ਼ਾਹ ਕਹਿੰਦੇ ਜੇ ਮਨ ਵਸ ਵਿੱਚ ਨਹੀਂ ਕੀਤਾ, ਮਨ ਇਕਾਗਰ ਨਹੀਂ ਕੀਤਾ, ਤੇ ਜਿੰਨੇ ਵੀ ਉੱਪਰਲੇ ਦੱਸੇ ਧਰਮ ਇਹ ਕੀਤੇ ਸਭ ਨਿਹਫਲ। ਨਿਹਫਲ ਧਰਮ ਤਾਹੇ ਤੁਮ ਮਾਨੋ, ਦੇ ਜਿੰਨੇ ਵੀ ਉਹ ਧਰਮ ਨੇ ਸਾਰੇ ਨਿਸ਼ਫਲ ਨੇ। ਸਾਚ ਕਹਿਤ ਮੈਂ ਜਾਂ ਕੋ, ਮਹਾਰਾਜ ਜੀ ਕਹਿੰਦੇ ਮੈਂ ਗੱਲ ਸੱਚ ਕਹਿ ਰਿਹਾ। ਮਤਾ ਕਿਤੇ ਤੁਸੀਂ ਇਸ ਗੱਲ ਨੂੰ ਹਵਾ ਵਿੱਚ ਲੈ ਲਵੋ, ਇਹ ਸੱਚ ਹੈ, ਇਹ ਸੱਚ ਬਚਨ ਹੈ ਜੋ ਮਹਾਰਾਜ ਜੀ ਕਹਿੰਦੇ ਮੈਂ ਕਹਿ ਰਿਹਾ। ਜੇ ਤੁਸੀਂ ਮਨ ਵਸ ਵਿੱਚ ਨਹੀਂ ਕੀਤਾ, ਮਨ ਇਕਾਗਰ ਨਹੀਂ ਕੀਤਾ, ਤੇ ਜਿਤਨੇ ਤੀਰਥ ਵਰਤੇ ਅਰਦਾਨ ਜਿੰਨੇ ਵੀ ਨੇ ਮਹਾਰਾਜ ਜੀ ਕਹਿੰਦੇ ਸਾਰੇ ਨਿਸ਼ਫਲ ਨੇ, ਕਿਸੇ ਕੰਮ ਨਹੀਂ। ਹਾਂਜੀ। ਜੈਸੇ ਪਾਹਨ ਜਲ ਮਹਿ ਰਾਖਿਓ, ਭੇਦੈ ਨਾਹੇ ਤਿਹ ਪਾਨੀ। ਮਹਾਰਾਜ ਜੀ ਹੁਣ ਉਦਾਹਰਣ ਦਿੰਦੇ, ਕਹਿੰਦੇ ਜਿਵੇਂ ਪਾਣੀ ਦੇ ਵਿੱਚ ਕਿਸੇ ਨੇ ਪੱਥਰ ਨੂੰ ਰੱਖਿਆ, ਪਾਹਨ ਕਹਿੰਦੇ ਨੇ ਪੱਥਰ ਨੂੰ, ਪਰ ਉਸ ਪੱਥਰ ਨੂੰ ਪਾਣੀ ਭੇਦਦਾ ਨਹੀਂ, ਉਹਦੇ ਵਿੱਚ ਨਹੀਂ ਵਸਦਾ ਪੱਥਰ ਦੇ। ਐਸਾ ਤਾਂ ਨਹੀਂ ਹੈ ਕਿ ਪੱਥਰ ਜਿਹੜਾ ਉਹ ਪਾਣੀ ਨੂੰ ਚੂਸ ਕੇ ਉਹਦੇ ਵਿੱਚ ਪਾਣੀ ਵਸ ਜਾਂਦਾ, ਨਹੀਂ ਵਸਦਾ। ਜੈਸੇ ਪਾਹਨ ਜਲ ਮਹਿ ਰਾਖਿਓ, ਜਿਵੇਂ ਪੱਥਰ ਪਾਣੀ 'ਚ ਰੱਖਿਆ, ਭੇਦੈ ਨਾਹੇ ਤਿਹ ਪਾਨੀ, ਪਾਣੀ ਉਹਨੂੰ ਵਿੰਨਦਾ ਨਹੀਂ, ਉਹ ਪਾਣੀ ਦੇ ਨਾਲ ਨਰਮ ਨਹੀਂ ਹੁੰਦਾ ਪੱਥਰ। ਤੈਸੇ ਹੀ ਤੁਮ ਤਾਹੇ ਪਛਾਨੋ, ਭਗਤਹੀਨ ਜੋ ਪ੍ਰਾਨੀ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਤੁਸੀਂ ਉਸ ਬੰਦੇ ਨੂੰ ਪਛਾਣੋ ਜਿਹੜਾ ਭਗਤੀ ਤੋਂ ਹੀਣਾ ਹੈ। ਭਗਤੀ ਤੋਂ ਹੀਣਾ ਮਨੁੱਖ ਵੀ ਪੱਥਰ ਦੇ ਸਮਾਨ ਹੈ। ਉਹ ਜਿੰਨੇ ਮਰਜ਼ੀ ਤੀਰਥਾਂ ਤੇ ਜਾ ਲਵੇ, ਜਿੰਨੇ ਮਰਜ਼ੀ ਵਰਤ ਰੱਖ ਲਵੇ, ਜਿਤਨੇ ਮਰਜ਼ੀ ਦਾਨ ਪੁੰਨ ਕਰ ਲਵੇ, ਉਹਦੇ ਤੇ ਕਿਸੇ ਵੀ ਪ੍ਰਕਾਰ ਦਾ ਅਸਰ ਨਹੀਂ ਹੋਣਾ ਜੇ ਉਹ ਭਗਤੀ ਤੋਂ ਵਿਹੂਣਾ ਹੈ। ਕਰਮ ਤਾਂ ਸਫਲ ਹੁੰਦੇ ਨੇ ਜੇ ਇਹਨਾਂ ਕਰਮਾਂ ਨਾਲ ਪਰਮੇਸ਼ਰ ਦਾ ਭਜਨ ਹੋਵੇ, ਨਹੀਂ ਤਾਂ ਫਿਰ ਇਹ ਸਾਰੇ ਕਰਮ ਜੀਵ ਦੇ ਮਨ ਨੂੰ ਅਭਿਮਾਨੀ ਬਣਾਉਂਦੇ ਨੇ, ਹੰਕਾਰੀ ਬਣਾਉਂਦੇ ਨੇ। ਇਹਨਾਂ ਕੀਤੇ ਹੋਏ ਕਰਮਾਂ ਦਾ ਇਹਦੇ ਮਨ ਤੇ ਫਿਰ ਕੋਈ ਵੀ ਅਸਰ ਨਹੀਂ ਹੁੰਦਾ, ਜਿਵੇਂ ਪੱਥਰ ਦੇ ਉੱਤੇ ਪਾਣੀ ਦਾ ਅਸਰ ਨਹੀਂ ਹੁੰਦਾ। ਕਲ ਮੈਂ ਮੁਕਤ ਨਾਮ ਤੇ ਪਾਵਤ, ਗੁਰ ਜਹ ਭੇਦ ਬਤਾਵੈ। ਭੇਦ ਗੁਰੂ ਨੇ ਦੱਸਣਾ, ਤੇ ਸਾਡੇ ਗੁਰੂ ਨੇ ਭੇਦ ਦੱਸਿਆ ਕਿ ਇਸ ਕਲਯੁਗ ਦੇ ਵਿੱਚ ਕੇਵਲ ਪਰਮੇਸ਼ਰ ਦੇ ਨਾਮ ਦੇ ਜਾਪ ਦੁਆਰਾ ਮੁਕਤੀ ਹੋਣੀ ਹੈ। ਕਲ ਮੈਂ ਮੁਕਤ ਨਾਮ ਤੇ ਪਾਵਤ, ਕਲਯੁਗ ਵਿੱਚ ਮੁਕਤੀ ਨਾਮ ਨਾਲ ਪ੍ਰਾਪਤ ਹੋਣੀ ਹੈ। ਗੁਰ ਯਹ ਭੇਦ ਬਤਾਵੈ, ਗੁਰੂ ਨੇ ਆ ਭੇਦ ਦੀ ਗੱਲ ਦੱਸ ਦਿੱਤੀ ਜਿਹੜੀ ਨਾ ਕਿਸੇ ਸਤਯੁਗ 'ਚ ਦੱਸੀ,
ਨਾ ਕਿਸੇ ਤ੍ਰੇਤੇ 'ਚ ਦੱਸੀ, ਨਾ ਕਿਸੇ ਦੁਆਪਰ 'ਚ ਦੱਸੀ। ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਕਲਯੁਗ 'ਚ ਸਾਨੂੰ ਦੱਸੀ ਹੈ ਭੇਦ ਦੀ ਗੱਲ। ਗੁਰੂ ਸਾਹਿਬ ਨੇ ਤਰਸ ਕੀਤਾ, ਸਾਨੂੰ ਭੇਦ ਦੀ ਗੱਲ ਦੱਸੀ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਸਿੱਖ ਪੁੱਛਦੇ, ਮਹਾਰਾਜ ਜੀ ਤੁਸੀਂ ਕਹਿੰਦੇ ਹੋ ਨਾਮ ਦੁਆਰਾ ਮੁਕਤੀ ਹੁੰਦੀ ਹੈ, ਗੁਰੂ ਨਾਨਕ ਸਾਹਿਬ ਨੇ ਵੀ ਇਹੀ ਬਚਨ ਕਹੇ ਨੇ, ਤੇ ਜਿਹੜੇ ਸਤਿਯੁਗ ਤ੍ਰੇਤੇ ਦੁਆਪਰ 'ਚ ਬੰਦੇ ਤਰੇ ਨੇ ਉਹ ਕਿਵੇਂ ਤਰੇ ਆ ਜੇ ਉਹ ਨਾਮ ਨਹੀਂ ਸੀ ਜਪਦੇ? ਉਦੋਂ ਤਾਂ ਉਹ ਕਰਮਕਾਂਡ ਕਰਦੇ ਸੀ, ਤੀਰਥਾਂ ਤੇ ਜਾਣਾ, ਹਵਨ ਕਰਨੇ, ਪੁੰਨ ਕਿਰਿਆਵਾਂ, ਕਈ ਤਰ੍ਹਾਂ ਦੇ ਕਰਮਾਚਾਰ ਕਰਦੇ। ਪੰਜਵੇਂ ਪਾਤਸ਼ਾਹ ਨੇ ਬਚਨ ਕੀਤਾ, ਆਖਿਆ ਗੁਰਸਿੱਖੋ ਇੱਕ ਬੜਾ ਸਿਆਣਾ ਵੈਦ ਸੀ। ਉਸ ਵੈਦ ਕੋਲ ਇੱਕ ਸ਼ਾਹੂਕਾਰ ਆਇਆ ਜਿਹਦੇ ਪੇਟ 'ਚ ਦਰਦ ਹੁੰਦਾ ਸੀ, ਸੂਲ ਉੱਠਿਆ ਹੋਇਆ ਸੀ। ਸ਼ਾਹੂਕਾਰ ਨੇ ਵੈਦ ਨੂੰ ਆਖਿਆ, ਵੈਦ ਜੀ ਮੈਂ ਦਰਦ ਨਾਲ ਮਰਦਾ ਚੱਲਿਆ ਜਾ ਰਿਹਾ, ਕਿਰਪਾ ਕਰੋ ਮੈਨੂੰ ਕੋਈ ਦਵਾਈ ਔਸ਼ਧੀ ਦਿਓ, ਮੇਰੀ ਇਹ ਪੇਟ ਦੀ ਦਰਦ ਠੀਕ ਹੋ ਜਾਏ। ਵੈਦ ਨੇ ਉਹਦੀ ਬਾਂਹ ਫੜੀ, ਨਬਜ ਵੇਖੀ ਤੇ ਪਰਖਿਆ ਵੀ ਇਹਨੂੰ ਵਾਤ ਰੋਗ ਹੈ, ਹੋਰ ਕੋਈ ਜ਼ਿਆਦਾ ਵੱਡੀ ਬਿਮਾਰੀ ਨਹੀਂ। ਪੇਟ 'ਚ ਹਵਾ ਭਰੀ ਹੈ, ਵਾਤ ਰੋਗ ਹੈ ਤੇ ਉਹਦੇ ਨਾਲ ਦਰਦ ਹੁੰਦਾ। ਉਹਨੇ ਵੇਖਿਆ ਵੀ ਇਹਦੀ ਇਹ ਦਰਦ ਤਾਂ ਅਜਵੈਣ ਨਾਲ ਹੀ ਠੀਕ ਹੋ ਸਕਦੀ ਹੈ, ਪਰ ਜੇ ਮੈਨੂੰ ਕਿਹਾ ਵੀ ਜਾ ਕੇ ਘਰ ਅਜਵੈਣ ਖਾ ਲਈ ਤੇ ਇਹਨੂੰ ਭਰੋਸਾ ਨਹੀਂ ਬੱਝਣਾ। ਸ਼ਾਹੂਕਾਰ ਜੋ ਹੋਇਆ ਵੀ ਜਦੋਂ ਤੱਕ ਇਹਦੇ 2 ਪੈਸੇ ਨਾ ਲੱਗੇ ਤੇ ਇਹਨੂੰ ਸੰਤੁਸ਼ਟੀ ਨਹੀਂ ਹੋਣੀ। ਵੈਦ ਆਪਣੇ ਘਰ ਦੇ ਪਿਛਲੇ ਪਾਸੇ ਗਿਆ, ਚੁੱਲ੍ਹੇ ਵਿੱਚ ਸਵਾਹ ਪਈ ਸੀ ਤੇ ਸਵਾਹ ਚੁੱਕ ਕੇ ਪੁੜੀ 'ਚ ਬੰਨੀ। ਉਹ ਸਵਾਹ ਪੁੜੀ 'ਚ ਬੰਨ ਕੇ ਤੇ ਸ਼ਾਹੂਕਾਰ ਨੂੰ ਦਿੱਤੀ, ਆਖਿਆ ਇਹ ਬੜੀ ਕੀਮਤੀ ਦਵਾਈ ਹੈ, ਇਹਦੇ 'ਚ ਮੈਂ ਕਈ ਭਸਮਾਂ ਮਾਰੀਆਂ ਨੇ, ਵੀ ਇਹਦੇ ਨਾਲ ਤੇਰਾ ਪੇਟ ਦਰਦ ਠੀਕ ਹੋ ਜਾਏਗਾ, ਇਹ ਖਾ ਲਈ। ਪਰ ਏਦਾਂ ਗੱਲ ਇਹਦਾ ਅਸਰ ਤਾਂ ਹੋਣਾ ਵੀ ਜੇ ਇਹਦੇ 'ਚ ਅਜਵੈਣ ਮਿਲਾਏਗਾ ਨਾਲ। ਇਹ ਬੜੀ ਕੀਮਤ ਹੈ ਤਾਂ ਉਹ ਸਵਾਹ ਹੀ ਸੀ। ਸ਼ਾਹੂਕਾਰ ਨੇ ਉਹ ਸਵਾਹ ਦੀ ਪੁੜੀ ਲਈ, ਨਾਲੇ ਬਦਲੇ 'ਚ ਪੈਸੇ ਦਿੱਤੇ ਤੇ ਘਰ ਗਿਆ। ਅਜਵੈਣ ਲਈ, ਅਜਵੈਣ ਵਿੱਚ ਮਿਲਾਈ ਸਵਾਹ ਤੇ ਖਾ ਲਈ। ਦਰਦ ਅਜਵੈਣ ਨੇ ਠੀਕ ਕੀਤਾ ਤੇ ਸ਼ਾਹੂਕਾਰ ਨੂੰ ਭਰੋਸਾ ਵੱਜ ਗਿਆ ਸਵਾਹ ਦੇ ਉੱਤੇ ਵੀ ਇਹ ਸਵਾਹ ਨਾਲ ਠੀਕ ਹੋਈ ਹੈ ਜਿਹੜੀ ਵੈਦ ਨੇ ਦਵਾਈ ਦਿੱਤੀ ਸੀ। ਇੰਨੇ ਨੇ ਇੱਕ ਗਰੀਬੜਾ ਜਿਹਾ ਬੰਦਾ ਉਹ ਵੀ ਪਹੁੰਚਿਆ, ਦਰਦ ਉਹਦੇ ਪੇਟ 'ਚ ਵੀ ਹੁੰਦੀ। ਵੈਦ ਨੂੰ ਜਾ ਕੇ ਕਹਿੰਦਾ, ਵੈਦ ਜੀ ਮੈਂ ਚੱਲਿਆ ਮਰ, ਵੀ ਦਰਦ ਨਾਲ ਕਰਾ ਰਿਹਾ, ਮੈਨੂੰ ਪੇਟ ਦਰਦ ਦੀ ਦਵਾਈ ਦੇ। ਉਹਨੇ ਨਬਜ ਵੇਖੀ ਤੇ ਵੇਖ ਕੇ ਸੋਚਿਆ ਵੀ ਇਹਨੂੰ ਵੀ ਬਿਮਾਰੀ ਉਹੀ ਹੈ ਜਿਹੜੀ ਸ਼ਾਹੂਕਾਰ ਨੂੰ ਸੀ। ਵੈਦ ਸਿਆਣਾ ਸੀ, ਉਹਨੇ ਆਖਿਆ ਵੀ ਸੱਜਣਾ ਕੋਈ ਬਹੁਤੀ ਤਗੜੀ ਬਿਮਾਰੀ ਨਹੀਂ ਤੈਨੂੰ, ਏਦਾਂ ਕਰ ਵੀ ਜਾ ਕੇ ਅਜਵੈਣ ਖਰੀਦ ਕੇ ਖਾ ਲੈ। ਹੁਣ ਉਹ ਇੰਨਾ ਗਰੀਬ ਸੀ, ਉਹਨੇ ਆਖਿਆ ਮਹਾਰਾਜ ਵੈਦ ਜੀ ਮੇਰੇ ਕੋਲ ਤਾਂ ਅਜਵੈਣ ਖਰੀਦਣ ਜੋਗੇ ਵੀ ਪੈਸੇ ਕੋਈ ਨਹੀਂ। ਵੈਦ ਨੇ ਜੇਬ 'ਚੋਂ ਹੱਥ ਪਾ ਕੇ ਕੁਝ ਪੈਸੇ ਦਿੱਤੇ, ਆਖਿਆ ਜਾ ਲੈ ਕੇ ਇਹਦੀ ਖਰੀਦ ਕੇ ਖਾ ਲੈ। ਅਜਵੈਣ ਉਹਨੇ ਖਾਧੀ ਤੇ ਉਹਦਾ ਪੇਟ ਦਰਦ ਵੀ ਠੀਕ ਹੋ ਗਿਆ। ਦਰਦ ਦੋਨਾਂ ਦਾ ਹੀ ਅਜਵੈਣ ਨੇ ਠੀਕ ਕੀਤਾ, ਪਰ ਇੱਕ ਸ਼ਾਹੂਕਾਰ ਜਿਹਦੇ ਮਨ 'ਚ ਭਰੋਸਾ ਵੱਜ ਗਿਆ ਵੀ ਇਹ ਸਵਾਹ ਜਿਹੜੀ ਪੁੜੀ ਦਿੱਤੀ ਸੀ ਵੈਦ ਨੇ ਸਵਾਹ ਵਾਲੀ, ਉਹਨੇ ਉਹਦੇ ਤੇ ਯਕੀਨ ਕਰ ਲਿਆ ਤੇ ਗਰੀਬੜੇ ਨੇ ਅਜਵੈਣ ਤੇ। ਦਰਦ ਦੋਨਾਂ ਦੀ ਅਜਵੈਣ ਨੇ ਠੀਕ ਕੀਤੀ। ਮਹਾਰਾਜ ਜੀ ਗੁਰੂ ਨਾਨਕ ਸਾਹਿਬ ਨੇ ਵੇਖਿਆ ਵੀ ਸਤਿਯੁਗ ਤ੍ਰੇਤੇ ਦੁਆਪਰ 'ਚ ਲੋਕ ਲੰਮੀਆਂ ਉਮਰਾਂ ਵਾਲੇ ਸ਼ਾਹੂਕਾਰਾਂ ਦੇ ਸਮਾਨ, ਵੀ ਜੇ ਉਹਨਾਂ ਨੂੰ ਕੱਲਾ ਕਹਿੰਦੇ ਨਾਮ ਜਪੋ ਨਾਮ ਜਪੋ, ਨਾ ਕਹਿਣਾ ਸੀ ਵੀ ਕੱਲੇ ਨਾਮ ਨਾਲ ਕਿਵੇਂ ਗੱਲ ਬਣੇਗੀ। ਉਹਨਾਂ ਨੂੰ ਨਾਲ ਸਵਾਹ ਦੀਆਂ ਪੁੜੀਆਂ ਦੇ ਦਿੱਤੀਆਂ ਰਿਸ਼ੀਆਂ ਮੁਨੀਆਂ ਨੇ, ਵੀ ਜਾਓ ਤੁਸੀਂ ਆਹ ਵੀ ਕੰਮ ਕਰੋ, ਆਹ ਦਾਨ ਕਰੋ, ਆਹ ਯੱਗ ਕਰੋ, ਆਹ ਪੂਜਾ ਕਰੋ, ਆਏ ਉਹ ਨਾਲ ਸਵਾਹ, ਪਰ ਨਾਲ ਨਾਮ ਵੀ ਜਪਿਓ। ਮੁਕਤੀ ਉਹਨਾਂ ਦੀ ਵੀ ਨਾਮ ਨਹੀਂ ਕੀਤੀ ਹੈ, ਪਰ ਉਹਨਾਂ ਦਾ ਭਰੋਸਾ ਉਹਨਾਂ ਕਰਮ ਕਾਂਡਾਂ ਤੇ ਬਣ ਗਿਆ। ਕਲਯੁਗ ਵਿੱਚ ਗਰੀਬੜੇ ਲੋਕ, ਉਮਰਾਂ ਥੋੜੀਆਂ, ਨਿਮਾਣੇ ਨਤਾਣੇ, ਗੁਰੂ ਨਾਨਕ ਸਾਹਿਬ ਨੇ ਵੇਖਿਆ ਬਿਮਾਰੀ ਇਹਨਾਂ ਨੂੰ ਵੀ ਉਹੀ ਹੈ। ਆਖਿਆ ਉਹ ਨਾਮ ਜਪੋ, ਇਹ ਕਹਿੰਦੇ ਮਹਾਰਾਜ ਕਿਵੇਂ ਜਪੀਏ, ਅਸੀਂ ਤਾਂ ਗਰੀਬੜਿਆਂ, ਸਾਡੇ ਪੱਲੇ ਹੈ ਨਹੀਂ ਕੁਝ,
ਗੁਰੂ ਨਾਨਕ ਸਾਹਿਬ ਨੇ ਆਪਣੇ ਖੀਸੇ ਚੋਂ ਨਾਮ ਦੀ ਦਾਤ ਕੱਢ ਕੇ ਇਹਨਾਂ ਨੂੰ ਦਿੱਤੀ, ਆਖਿਆ ਜਪੋ ਤੇ ਮੁਕਤੀ ਨੂੰ ਪ੍ਰਾਪਤ ਹੋਵੋ। ਮੁਕਤੀ ਨਾਮ ਨਹੀਂ ਦੇਣੀ ਹੈ, ਪਰ ਇਹ ਭੇਤ ਕੇਵਲ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕਰਕੇ ਦੱਸਿਆ। ਇਹ ਭੇਤ ਕੇਵਲ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕਰਕੇ ਦੱਸਿਆ। ਇੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ, ਕਾਲ ਮੈਂ ਮੁਕਤ ਨਾਮ ਤੇ ਪਾਵਤ, ਗੁਰ ਇਹ ਭੇਦ ਬਤਾਵੈ। ਕਲਯੁਗ ਵਿੱਚ ਮੁਕਤੀ ਨਾਮ ਨਾਲ ਹੀ ਪ੍ਰਾਪਤ ਹੋਣੀ ਹੈ ਭਾਈ। ਇਹ ਭੇਤ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਸਾਨੂੰ ਦੱਸਿਆ। ਗੁਰੂ ਤੋਂ ਬਿਨਾਂ ਇਹ ਭੇਤ ਕਿਸੇ ਨੇ ਨਹੀਂ ਸੀ ਸਮਝਾਉਣਾ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਡੇ ਤੇ ਵੱਡਾ ਭਾਰੀ ਤਰਸ ਹੈ ਕਿ ਸਾਨੂੰ ਬੜਾ ਸੁਖੈਨ ਮਾਰਗ ਭਗਤੀ ਦਾ, ਨਾਮ ਜਪਣ ਦਾ ਸਤਿਗੁਰੂ ਜੀ ਨੇ ਦੱਸ ਕੇ ਉੱਥੇ ਹੀ ਪਹੁੰਚਾਇਆ ਜਿੱਥੇ ਉਹ ਵੱਡੇ ਵੱਡੇ ਰਿਸ਼ੀ ਮੁਨੀ ਤਪਸਵੀ ਵੀ ਪਹੁੰਚਣ ਵੇਲੇ ਬੜੀ ਮਸ਼ੱਕਤ ਕਾਲਦੇ ਸਨ। ਐਸੀ ਅਵਸਥਾ ਮੁਕਤੀ ਚਾਹੀਦੀ ਹੈ ਨਾ। ਮੁਕਤੀ ਕਿਹੜਾ ਮਨੁੱਖ ਨਹੀਂ ਚਾਹੁੰਦਾ? ਹਰ ਇੱਕ ਪ੍ਰਾਣੀ ਮਾਤਰ ਦੇ ਸਵਾਸਾਂ ਦੀ ਮੰਗ ਹੈ ਮੁਕਤੀ। ਮੁਕਤੀ ਕੀ ਹੈ? ਮੇਰੇ ਦੁੱਖ ਦੂਰ ਹੋ ਜਾਣ, ਮੈਨੂੰ ਸੁੱਖ ਪ੍ਰਾਪਤ ਹੋ ਜੇ, ਇਹਨੂੰ ਮੁਕਤੀ ਕਹਿੰਦੇ ਆ। ਹੁਣ ਇਹ ਦੱਸੋ, ਇਹ ਮੁਕਤੀ ਕਿਹੜਾ ਨਹੀਂ ਚਾਹੁੰਦਾ? ਦੁੱਖ ਦੀ ਨਿਰਵਿਰਤੀ ਔਰ ਸੁੱਖ ਦੀ ਪ੍ਰਾਪਤੀ ਦੀ ਇੱਛਾ ਦਾ ਨਾਮ ਮੁਕਤੀ ਹੈ। ਹੁਣ ਇਹ ਮੁਕਤੀ ਕਿਹੜਾ ਨਹੀਂ ਚਾਹੁੰਦਾ ਸੰਸਾਰ 'ਚ? ਮਹਾਰਾਜ ਜੀ ਕਹਿੰਦੇ ਜਿਹਨੇ ਮੁਕਤੀ ਲੈਣੀ ਹੈ ਉਹ ਨਾਮ ਜਪੋ ਭਾਈ। ਦੁਖ ਹਰਤਾ ਹਰ ਨਾਮ ਪਛਾਨੋ, 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 ਦੁਖ ਹਰਤਾ ਹਰ ਨਾਮ ਪਛਾਨੋ। ਹਰੀ ਪਰਮੇਸ਼ਰ ਦਾ ਨਾਮ ਹੀ ਆ ਜਿਹੜਾ ਦੁੱਖ ਦੂਰ ਕਰਦਾ। ਬਿਨਾਂ ਨਾਮ ਤੋਂ ਨੌਵੇਂ ਪਾਤਸ਼ਾਹ ਨੇ ਕੱਲ ਦੇ ਸ਼ਬਦ 'ਚ ਹੁਕਮ ਕੀਤਾ ਸੀ, ਹਰ ਕੇ ਨਾਮ ਬਿਨਾ ਦੁੱਖ ਪਾਵੈ, ਹਰ ਕੇ ਨਾਮ ਬਿਨਾ ਦੁੱਖ ਪਾਵੈ, ਹਰ ਕੇ ਨਾਮ ਬਿਨਾ ਦੁਖ ਪਾਵੈ, ਹਰ ਕੇ ਨਾਮ ਬਿਨਾ ਦੁਖ ਪਾਵੈ, ਹਰ ਕੇ ਨਾਮ ਬਿਨਾ ਦੁੱਖ ਪਾਵੈ, ਹਰ ਕੇ ਨਾਮ ਬਿਨਾ ਦੁੱਖ ਪਾਵੈ, ਹਰ ਕੇ ਨਾਮ ਬਿਨਾ ਦੁਖ ਪਾਵੈ, ਹਰ ਕੇ ਨਾਮ ਬਿਨਾ ਦੁਖ ਪਾਵੈ। ਹਰੀ ਦੇ ਨਾਮ ਤੋਂ ਬਿਨਾਂ ਤਾਂ ਦੁੱਖ ਹੀ ਪਾਉਣੇ ਆ ਭਾਈ। ਜੇ ਦੁੱਖਾਂ ਤੋਂ ਨਿਰਵਿਰਤੀ ਚਾਹੁੰਦਾ ਤੇ ਗੁਰੂ ਨੇ ਸਾਨੂੰ ਆ ਭੇਤ ਦੱਸਿਆ, ਤੇ ਉਹ ਭੇਤ ਹੈ ਪਰਮੇਸ਼ਰ ਦੇ ਨਾਮ ਦੀ ਸਾਧਨਾ, ਨਾਮ ਦੀ ਕਮਾਈ। ਕਲਯੁਗ ਵਿੱਚ ਕੇਵਲ ਤਾਂ ਕੇਵਲ ਇਸ ਨਾਮ ਦੁਆਰਾ ਹੀ ਇਹ ਸੱਜਣਾ ਤੇਰੀ ਮੁਕਤੀ ਹੋਣੀ ਹੈ। ਬਿਨਾਂ ਨਾਮ ਦੀ ਸਾਧਨਾ ਤੋਂ, ਬਿਨਾਂ ਨਾਮ ਦੀ ਕਮਾਈ ਤੋਂ ਤੂੰ ਮੋਕਸ਼ ਨੂੰ ਪ੍ਰਾਪਤ ਨਹੀਂ ਹੋ ਸਕਦਾ। ਕਹੋ ਨਾਨਕ ਸੋਈ ਨਰ ਗਰੂਆ। ਗਰੂਆ ਕਿਹਨੂੰ ਕਹਿੰਦੇ? ਗਰੂਆ, ਗਰੂਆ ਕਹਿੰਦੇ ਨੇ ਭਾਰੇ ਨੂੰ, ਗਰੂਆ ਕਹਿੰਦੇ ਨੇ ਵੱਡੇ ਨੂੰ, ਗਰੂਆ ਕਹਿੰਦੇ ਬੇਸ਼ਕੀਮਤੀ ਨੂੰ। ਮਹਾਰਾਜ ਜੀ ਕਹਿੰਦੇ ਉਹ ਬੰਦਾ ਵੱਡਾ ਹੋ ਜਾਂਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਕਹੋ ਨਾਨਕ ਸੋਈ ਨਰ ਗਰੂਆ। ਉਹ ਬੰਦਾ, ਉਹ ਨਰ ਵੱਡਾ ਹੋ ਜਾਂਦਾ। ਆਮ ਕਰਕੇ ਕਹਿੰਦੇ ਵੱਡਾ ਕੌਣ ਆ? ਜਿਹਦੇ ਕੋਲ ਦੋ ਛਿੱਲੜ ਨੇ। ਵੱਡਾ ਕੌਣ? ਜਿਹਦੇ ਕੋਲ ਸੰਪਦਾ ਵਿਭੂਤੀ। ਵੱਡਾ ਕੌਣ? ਜਿਹਦੇ ਕੋਲ ਪਦਵੀ। ਪਰ ਮੇਰੇ ਸਾਹਿਬ ਨੌਵੇਂ ਪਾਤਸ਼ਾਹ ਕਹਿੰਦੇ ਭਾਈ ਵੱਡਾ ਕੌਣ ਹੈ ਉਹ ਦੱਸਦੇ ਆ ਤੁਹਾਨੂੰ, ਵੀ ਸਭ ਤੋਂ ਵੱਡਾ ਨਰ, ਨਰ ਗਰੂਆ, ਵੱਡਾ ਨਰ, ਯਾਨੀ ਕਿ ਜਿਹਦੇ ਕੋਲ ਵੱਡੀ ਪਦਵੀ ਹੈ, ਜਿਹਨੂੰ ਕਹਿ ਸਕਦੇ ਆ ਵੀ ਇਹ ਵੱਡਾ ਹੈ। ਉਹ ਕੌਣ ਹੈ? ਸੁਣੋ ਜੀ। ਜੋ ਪ੍ਰਭ ਕੇ ਗੁਣ ਗਾਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹ ਨਰ ਗਰੂਆ ਵੱਡਾ ਭਾਰਾ, ਜਿਹੜਾ ਇਸ ਕਲੀ ਕਾਲ ਵਿੱਚ ਉਸ ਪ੍ਰਭੂ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਦਾ। ਜੋ ਪ੍ਰਭ ਕੇ ਗੁਣ ਗਾਵੇ, ਜਿਹੜਾ ਪ੍ਰਭੂ ਦੇ ਗੁਣ ਗਾਉਂਦਾ ਉਹ ਭਾਰਾ ਹੈ, ਉਹ ਵੱਡਾ ਹੈ ਇਸ ਕਲੀ ਕਾਲ ਦੇ ਸਮੇਂ 'ਚ। ਜਿਹੜਾ ਨਿਰੰਕਾਰ ਦੇ ਗੁਣ ਗਾਵੇ, ਅਕਾਲ ਪੁਰਖ ਦੇ ਗੁਣਾਂ ਨੂੰ ਗਾਵੇ।
ਤੇ ਸਾਹਿਬ ਕਹਿੰਦੇ ਉਹ ਤਾਂ ਇਸ ਕਲਯੁਗ ਦੇ ਸਮੇਂ ਵਿੱਚ ਸੂਰਾ ਹੈ, ਸੂਰਮਾ ਹੈ, ਜਿਹੜਾ ਪਾਰ ਬ੍ਰਹਮ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਉਹਦੇ ਪ੍ਰੇਮ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਲੈਂਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨ ਜੋ ਗੁਰੂ ਸਾਹਿਬ ਦੀ ਦਇਆ ਮਿਆ ਨਾਲ ਕਿਰਪਾ ਨਾਲ ਆਪਾਂ ਸਾਰਿਆਂ ਨੇ ਵਿਚਾਰੇ ਨੇ, ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ, ਬੇਨਤੀ ਹੈ, ਬਸੰਤ ਪੰਚਮੀ ਦੇ ਜੋੜ ਮੇਲ ਆ ਰਹੇ ਹਨ। 5 ਫਰਵਰੀ ਨੂੰ ਮਹਾਰਾਜ ਜੀ ਦਾ ਪਾਵਨ ਸੁਭਾਗੀ ਬਸੰਤ ਪੰਚਮੀ ਦਾ ਦਿਹਾੜਾ ਹੈ, ਜਿਸ ਦਿਨ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਇਸ ਸਥਾਨ ਤੇ ਚਰਨ ਪਾ ਕੇ ਸਥਾਨ ਨੂੰ ਭਾਗਸ਼ਾਲੀ ਬਣਾਇਆ। ਬਸੰਤ ਪੰਚਮੀ ਦੇ ਜੋੜ ਮੇਲ 5 ਫਰਵਰੀ ਦਿਨ ਸ਼ਨੀਵਾਰ, 4 ਤਰੀਕ ਦਿਨ ਸ਼ੁੱਕਰਵਾਰ ਨੂੰ ਸ਼ਾਮ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਦੀਵਾਨ ਆਰੰਭ ਹੋਣਗੇ। 7 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਕਵੀ ਦਰਬਾਰ ਹੋਣਗੇ। ਉਪਰੰਤ ਸਾਰੀ ਰਾਤ ਸਾਹਿਬ ਜੀ ਦਾ ਜਸ ਹੋਵੇਗਾ, ਢਾਡੀ ਵਾਰਾਂ ਗਾਇਨ ਹੋਣਗੀਆਂ। 5 ਤਰੀਕ ਨੂੰ ਅੰਮ੍ਰਿਤ ਵੇਲੇ ਤੋਂ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਆਰੰਭਤਾ ਤੋਂ ਨਿਰੰਤਰ ਸਾਰਾ ਦਿਨ ਦੀਵਾਨ ਸਜਣਗੇ। ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਬਸੰਤ ਦਰਬਾਰ ਕੀਰਤਨ ਹੋਣਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਸਮਾਗਮਾਂ ਵਿੱਚ ਹਾਜ਼ਰੀਆਂ ਭਰੋ। ਨੌਵੇਂ ਪਾਤਸ਼ਾਹ ਜੀ ਦੇ ਬਚਨ ਹਨ, ਜਿਹੜਾ ਬਸੰਤ ਪੰਚਮੀ ਵਾਲੇ ਦਿਨ ਸਾਡੇ ਇਸ ਸਰੋਵਰ 'ਚ ਆ ਕੇ ਇਸ਼ਨਾਨ ਕਰੇਗਾ, ਉਹਨੂੰ 68 ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਪ੍ਰਾਪਤ ਹੋਵੇਗਾ। ਉਸ ਦੇ ਮਨੋਕਾਮਨਾਵਾਂ ਦੀ ਪੂਰਤੀ ਹੋਵੇਗੀ, ਉਸ ਦੇ ਸਮਸਤ ਦੁੱਖਾਂ ਦੀ ਨਿਰਵਿਰਤੀ ਹੋਵੇਗੀ। ਇਹ ਵਾਰ, ਇਹ ਬਖਸ਼ਿਸ਼ਾਂ ਸਤਿਗੁਰੂ ਜੀ ਨੇ ਬਸੰਤ ਪੰਚਮੀ ਵਾਲੇ ਦਿਨ ਇਸ ਸਥਾਨ ਤੇ ਕੀਤੀਆਂ। ਆਪ ਜੀ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।